हमारे हेड ग्रंथों की बेटियों को अगवा किया जाए और ये संदेश देने की कोशिश की जाए कि हमारा धर्म कमजोर है, इस्लाम इस्लाम बेहतर धर्म है, इसलिए हमारे ग्रंथियों की बेटियां अब इस्लाम कबूल कर रही हैं। ये बड़ा ही शर्मनाक और निंदक है। और इस्लाम को हमारे बच्चों को ये कहा जा रहा है कि सच्चाई नहीं है कि हमारे बच्चों को भाग किया जाता है, शरीयत के नाम पर उनको रोका जाता है। इस बच्चे ने मुझे अपने पिता को व्हाट्सएप करके कहा कि मुझे मदरसे में मारने की धमकी दे रहे हैं और मेरे को जबर शादी में से कर रहे हैं। पंजा साहब दे ग्रंथी साहब दी नाबालग धी जिहड़ी 17 सालां दी है, उस नूं बुलबुल कौर जिस दा नाम है, उस नूं अगवा किया गया है। इस तो पहला ननकाना साहब दे ग्रंथी साहब दी धी दी गल आई सी कि उस दा धर्म परिवर्तन किया गया। ये जिहड़े जरवाणे लोग ने जिहड़े पिछले कई सदियां तो धर्म परिवर्तन करते आ रहे ने, चाहे वह औरंगजेब का समा सी, चाहे फक्शियर का समा सी, चाहे मस्से रंगड़ का समा सी, ये समय समय जिहड़े जालम लोग ने वो इस तरह ਦੀਆਂ ਘਿਨਾਉਣੀਆਂ ਹਰਕਤਾਂ ਕਰਦੇ ਆ ਰਹੇ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਪਿਆਰੇ ਤੋਂ ਸਭ ਆਖੋ ਵੀ ਜਾਣਦੇ ਹੋ ਕਿ ਚਾਹੇ ਪਾਕਿਸਤਾਨ ਕਿੰਨੇ ਵੀ ਦਾਅਵੇ ਕਿਉਂ ਨਾ ਕਰਦਾ ਹੋਵੇ ਕਿ ਪਾਕਿਸਤਾਨ ਵਿੱਚ ਘੱਟ ਗਿਣਤੀਆਂ ਸੁਰੱਖਿਅਤ ਨੇ, ਪਰ ਆਏ ਦਿਨ ਪਾਕਿਸਤਾਨ ਦੀ ਬਰਬਰਤਾ ਦਾ ਕੋਈ ਨਾ ਕੋਈ ਸਬੂਤ ਸਾਹਮਣੇ ਅਜਿਹਾ ਆ ਹੀ ਜਾਂਦਾ ਹੈ ਜਿਸ ਵਿੱਚ ਸਾਫ਼ ਨਜ਼ਰ ਆਉਂਦਾ ਹੈ ਕਿ ਕਿੱਦਾਂ ਸਿੱਖਾਂ ਨੂੰ ਉੱਥੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਜਿੱਥੇ ਪਹਿਲਾਂ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਦੇ ਗ੍ਰੰਥੀ ਸਿੰਘ ਦੀ ਧੀ ਜਸਵੀਰ ਕੌਰ ਨੂੰ ਜਬਰਨ ਅਗਵਾ ਕੀਤਾ ਗਿਆ ਸੀ, ਨਿਕਾਹ ਕਰਵਾਇਆ ਗਿਆ ਸੀ, ਧਰਮ ਪਰਿਵਰਤਨ ਕਰਵਾਇਆ ਗਿਆ ਸੀ, ਅਤੇ ਹੁਣ ਸ਼੍ਰੀ ਪੰਜਾ ਸਾਹਿਬ ਦੇ ਗ੍ਰੰਥੀ ਸਿੰਘ ਪ੍ਰੀਤਮ ਸਿੰਘ ਦੀ ਨਾਬਾਲਗ ਧੀ ਬੁਲਬੁਲ ਨੂੰ ਅਗਵਾ ਕੀਤਾ ਗਿਆ ਹੈ ਦੋ ਮੁਸਲਮਾਨ ਨੌਜਵਾਨਾਂ ਵੱਲੋਂ। ਤੇ ਗਿਆਨੀ ਪ੍ਰੀਤਮ ਸਿੰਘ ਬੀਤੀ 1 ਤਰੀਕ ਤੋਂ ਲੈ ਕੇ ਹੁਣ ਤੱਕ ਪਿੱਟ ਰਹੇ ਨੇ ਕਿ ਉਹਨਾਂ ਦੀ ਧੀ ਨੂੰ ਬਚਾ ਲਿਆ ਜਾਵੇ, ਪਰ ਇਮਰਾਨ ਸਰਕਾਰ ਹੈ ਕਿ ਕੁੰਭਕਰਨੀ ਨੀਂਦ ਸੁੱਤੀ ਹੋਈ ਹੈ, ਸਾਰੀਆਂ ਹੁੰਦੀਆਂ ਤਸ਼ੱਦਦਾਂ ਸਿੱਖਾਂ ਤੇ ਦੇਖ ਰਹੀ ਹੈ, ਜਾਂ ਕਹਿ ਸਕਦੇ ਹਾਂ ਜਾਣ ਬੁੱਝ ਕੇ ਅਜਿਹੀਆਂ ਤਸ਼ੱਦਦਾਂ ਕਰਵਾਈਆਂ ਜਾ ਰਹੀਆਂ ਨੇ। ਪਰ DSGMC ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦਿੱਲੀ ਦੀਆਂ ਸੜਕਾਂ ਤੇ ਇਸ ਦਾ ਰੋਸ਼ ਮੁਜ਼ਾਹਰਾ ਕੀਤਾ ਤਾਂ ਜੋ ਸੁੱਤੀ ਹੋਈ ਪਾਕਿਸਤਾਨ ਦੀ ਘਟੀਆ ਸਿਆਸਤ ਨੂੰ ਜਗਾਇਆ ਜਾਵੇ ਅਤੇ ਪੰਜਾ ਸਾਹਿਬ ਦੇ ਗ੍ਰੰਥੀ ਸਿੰਘ ਦੀ ਧੀ ਬੁਲਬੁਲ ਨੂੰ ਬਚਾਇਆ ਜਾਵੇ। ਇਸ ਸਾਰੇ ਮਸਲੇ ਉੱਤੇ ਕੀ ਕਹਿ ਰਹੇ ਨੇ DSGMC ਪ੍ਰਧਾਨ ਅਤੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਇਸ ਸਾਬਕਾ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਜਨਰਲ ਸਕੱਤਰ ਭਾਈ ਕਰਨੈਲ ਸਿੰਘ ਪੀਰ ਮੁਹੰਮਦ, ਆਓ ਮਾਰਦੇ ਹਾਂ ਇੱਕ ਨਜ਼ਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਖਾਲਸਾ ਜੀ, ਅੱਜ ਮੈਂ ਜਿਸ ਇਸ਼ੂ ਦੇ ਨਾਲ ਤੁਹਾਡੇ ਰੂਬਰੂ ਹੋ ਰਿਹਾ ਉਹ ਬਹੁਤ ਹੀ ਸੰਵੇਦਨਸ਼ੀਲ, ਬਹੁਤ ਹੀ ਗੰਭੀਰ ਮਾਮਲਾ ਹੈ। ਸਾਡੇ ਗਵਾਂਢੀ ਮੁਲਕ ਪਾਕਿਸਤਾਨ ਦੇ ਅੰਦਰ ਸਿੱਖ ਭਾਈਚਾਰੇ ਨਾਲ ਔਰ ਅਲੱਗ-ਅਲੱਗ ਧਰਮਾਂ ਦੇ ਜਿਹੜੇ ਘੱਟ ਗਿਣਤੀ ਦੇ ਲੋਕ ਨੇ, ਚਾਹੇ ਉਹ ਹਿੰਦੂ ਨੇ ਚਾਹੇ ਈਸਾਈ ਨੇ, ਉਹਨਾਂ ਦੇ ਨਾਲ ਅਕਸਰ ਹੀ ਧਰਮ ਪਰਿਵਰਤਨ ਦੀਆਂ ਖਬਰਾਂ ਉੱਥੋਂ ਆਉਂਦੀਆਂ ਰਹਿੰਦੀਆਂ ਨੇ। ਤੇ ਹੁਣ ਜਿਹੜੀ ਖਬਰ ਆਈ ਹੈ ਕਿ ਗੁਰਦੁਆਰਾ ਪੰਜਾ ਸਾਹਿਬ ਦੇ ਗ੍ਰੰਥੀ ਸਾਹਿਬ ਦੀ ਨਾਬਾਲਗ ਧੀ ਜਿਹੜੀ 17 ਸਾਲਾਂ ਦੀ ਹੈ, ਉਸ ਨੂੰ ਬੁਲਬੁਲ ਕੌਰ ਜਿਸ ਦਾ ਨਾਮ ਹੈ, ਉਸ ਨੂੰ ਅਗਵਾ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਨਨਕਾਣਾ ਸਾਹਿਬ ਦੇ ਗ੍ਰੰਥੀ ਸਾਹਿਬ ਦੀ ਧੀ ਦੀ ਗੱਲ ਆਈ ਸੀ ਕਿ ਉਸ ਦਾ ਧਰਮ ਪਰਿਵਰਤਨ ਕੀਤਾ ਗਿਆ। ਇਹ ਜਿਹੜੇ ਜਰਵਾਣੇ ਲੋਕ ਨੇ ਜਿਹੜੇ ਪਿਛਲੇ ਕਈ ਸਦੀਆਂ ਤੋਂ ਧਰਮ ਪਰਿਵਰਤਨ ਕਰਦੇ ਆ ਰਹੇ ਨੇ, ਚਾਹੇ ਉਹ ਔਰੰਗਜ਼ੇਬ ਦਾ ਸਮਾਂ ਸੀ, ਚਾਹੇ ਫਕਸ਼ੀਅਰ ਦਾ ਸਮਾਂ ਸੀ, ਚਾਹੇ ਮੱਸੇ ਰੰਗੜ ਦਾ ਸਮਾਂ ਸੀ, ਇਹ ਸਮੇਂ ਸਮੇਂ ਜਿਹੜੇ ਜ਼ਾਲਮ ਲੋਕ ਨੇ ਉਹ ਇਸ ਤਰ੍ਹਾਂ ਦੀਆਂ ਘਿਨਾਉਣੀਆਂ ਹਰਕਤਾਂ ਕਰਦੇ ਆ ਰਹੇ ਨੇ। ਲੇਕਿਨ ਅੱਜ ਜਦੋਂ 21ਵੀਂ ਸਦੀ ਦੇ ਵਿੱਚੋਂ ਅਸੀਂ ਗੁਜ਼ਰ ਰਹੇ ਹਾਂ, ਖਾਲਸਾ ਪੰਥ ਪੂਰੀ ਦੇਸ਼ ਦੁਨੀਆ ਦੇ ਵਿੱਚ ਫੈਲਿਆ ਹੋਇਆ ਹੈ, ਤਾਂ ਉਸ ਮੌਕੇ ਦੇ ਉੱਪਰ ਇਸ ਤਰ੍ਹਾਂ ਦਾ ਘਿਨਾਉਣਾ ਅਪਰਾਧ ਕਰਨ ਵਾਲੇ ਜਿਹੜੇ ਪਾਪੀ ਨੇ ਉਹਨਾਂ ਵੱਲ ਧਿਆਨ ਖਾਲਸੇ ਦਾ ਜਾਣਾ ਬੜਾ ਜ਼ਰੂਰੀ ਹੈ। ਅਸੀਂ ਹੋਰ ਮਸਲਿਆਂ ਦੇ ਵਿੱਚ ਉਲਝੇ ਹੋਏ ਹਾਂ ਜਿਹੜੇ ਕਿ ਬੜੇ ਅਹਿਮ ਮਸਲੇ ਨੇ। ਉਹਨਾਂ ਦੇ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਸਰੂਪਾਂ ਦਾ ਜੋ ਮਾਮਲਾ ਚੱਲ ਰਿਹਾ ਹੈ, ਜਾਂ ਹੋਰ ਸਾਰੇ ਮਸਲੇ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਜੁੜੇ ਹੋਏ ਨੇ। ਲੇਕਿਨ ਜਿਹੜਾ ਸਭ ਤੋਂ ਗੰਭੀਰ ਮਸਲਾ ਹੈ ਕਿ ਸਿੱਖ ਕੌਮ ਦਾ ਮੌਜੂਦਾ ਸਮੇਂ ਦੇ ਵਿੱਚ ਧਰਮ ਪਰਿਵਰਤਨ ਕਰਨਾ
ਔਰ ਇੱਕ ਸਿੱਖ ਬੀਬੀ, ਇੱਕ ਸਿੱਖ ਬੱਚੀ ਦਾ ਧਰਮ ਪਰਿਵਰਤਨ ਕਰਨ ਦੀ ਘਿਨਾਉਣੀ ਹਰਕਤ ਕਰਨ ਵਾਲੇ ਜਿਹੜੇ ਪਾਪੀ ਨੇ ਉਹਨਾਂ ਤੱਕ ਅਜੇ ਤੱਕ ਪਾਕਿਸਤਾਨ ਦੀ ਗਵਰਨਮੈਂਟ ਦੇ ਹੱਥ ਨਾ ਪਹੁੰਚਣੇ, ਇਹ ਆਪਣੇ ਆਪ ਵਿੱਚ ਸਭ ਤੋਂ ਗੰਭੀਰ ਘਾਤਕ ਜਿਹੜਾ ਹਮਲਾ ਹੈ ਸਿੱਖ ਕੌਮ ਦੇ ਉੱਪਰ ਹੋ ਰਿਹਾ ਹੈ। ਸੋ ਮੇਰੀ ਬੇਨਤੀ ਹੈ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਰਬੱਤ ਖਾਲਸਾ ਵੱਲੋਂ ਬਣਾਏ ਗਏ ਭਾਈ ਜਗਤਾਰ ਸਿੰਘ ਜੀ ਹਵਾਰਾ ਵੱਲ ਔਰ ਐਕਟਿੰਗ ਜਥੇਦਾਰ ਬੰਦੀਆਂ ਵੱਲ, ਜਿਹੜੀਆਂ ਸਿੱਖ ਕੌਮ ਦੇ ਨਾਲ ਸੰਬੰਧਿਤ ਨੇ, ਜਿਹੜੀਆਂ ਮਨੁੱਖੀ ਅਧਿਕਾਰ ਸੇਵਾ ਦੇ ਵਿੱਚ ਜੁਟੀਆਂ ਹੋਈਆਂ ਨੇ, ਮਾਨਵਤਾ ਦੇ ਭਲੇ ਲਈ ਜੁਟੀਆਂ ਹੋਈਆਂ ਨੇ, ਉਹਨਾਂ ਸਾਰਿਆਂ ਵੱਲ ਔਰ ਸੰਯੁਕਤ ਰਾਸ਼ਟਰ ਨੂੰ ਸਾਡੀ ਨਿਮਰਤਾ ਸਹਿਤ ਬੇਨਤੀ ਹੈ ਕਿ ਇਹ ਜਿਹੜਾ ਮਸਲਾ ਹੈ ਆਏ ਦਿਨ ਹੋ ਰਿਹਾ ਹੈ, ਸਿੱਖ ਕੌਮ ਦੇ ਨਾਲ ਇਹ ਜਿਹੜਾ ਧਰਮ ਪਰਿਵਰਤਨ ਦੀਆਂ ਘਿਨਾਉਣੀਆਂ ਕਾਰਵਾਈਆਂ ਕਰਨ ਵਾਲੇ ਜਿਹੜੇ ਲੋਕ ਨੇ ਉਹਨਾਂ ਦੇ ਉੱਪਰ ਸਖਤ ਤੋਂ ਸਖਤ ਕਾਰਵਾਈ ਹੋਵੇ। ਜੇਕਰ ਉਹਨਾਂ ਦੇ ਉੱਪਰ ਨਹੀਂ ਕਾਰਵਾਈ ਹੁੰਦੀ ਤਾਂ ਜਿਹੜਾ ਸਿੱਖ ਭਾਈਚਾਰਾ ਹੈ, ਜਿਵੇਂ ਅਫਗਾਨਿਸਤਾਨ ਦੇ ਵਿੱਚੋਂ ਨਿਕਲ ਕੇ ਕੋਈ ਦਿੱਲੀ ਆ ਰਿਹਾ, ਕੋਈ ਪੰਜਾਬ ਆ ਰਿਹਾ, ਤੇ ਇਹੋ ਹੀ ਚਾਹੁੰਦੇ ਨੇ ਇਹ ਲੋਕ ਕਿ ਨਨਕਾਣਾ ਸਾਹਿਬ, ਪੰਜਾ ਸਾਹਿਬ ਤੇ ਉਸ ਆਲੇ ਦੁਆਲੇ ਦੇ ਵਿੱਚ ਜਿਹੜੇ ਸਿੱਖ ਬੈਠੇ ਹੋਏ ਨੇ ਕਿ ਉੱਥੋਂ ਡਰ ਦੇ ਮਾਰੇ ਹੋਏ ਨਿਕਲ ਜਾਣ। ਸੋ ਇਸ ਸੰਬੰਧ ਦੇ ਵਿੱਚ ਸਾਨੂੰ ਸਖਤ ਤੋਂ ਸਖਤ ਨੋਟਿਸ ਲੈਣਾ ਚਾਹੀਦਾ, ਕਾਰਵਾਈ ਕਰਨੀ ਚਾਹੀਦੀ ਹੈ ਤੇ ਇਸ ਦੇ ਬਾਰੇ ਵਿੱਚ ਜਿਹੜੀ ਸਹੀ ਸਥਿਤੀ ਹੈ वो सामने आनी चाहिए है। वाहिगुरु जी का खालसा, वाहिगुरु जी की फतेह। बच्चों को बार-बार अगवा करके संदेश देने की कोशिश कर रहा है कि हमारा धर्म कमजोर है और इस्लाम को हमारे बच्चों को ये कहा जा रहा है कि सच्चाई नहीं है कि हमारे बच्चों को अगवा किया जाता है, शरीयत के नाम पर रोका जाता है। इस बच्चे ने अपने पिता को व्हाट्सएप करके कहा कि मुझे मदरसे में मारने की धमकी दे रहे हैं और मेरे को जबर शादी में से कर रहे हैं, और ये हालात अगर बने पाकिस्तान में, हमारी आवाज इस पर सुनाई जाती है, हमने कभी उनको टाइम नहीं दिया, 2 बार टाइम दिया, लेकिन हमने पहले किसी से चर्चा हाई कमीशन में बात की, लेकिन हमें हैरान किया कि पाकिस्तान के सिर पर धूल रखी और हमारे बच्ची को हमारे कहने के बाद उसका जबरन निकाह करके उसको इस्लाम कबूल करा। ऐसे भी पहले आपने बोला कि 55 लड़कियों के साथ हो रहा है, ननकाना साहिब में भी इस बार ये प्रोटेस्ट आप कहाँ तक ले जाएंगे और ये जो आवाज है वो कहाँ तक? देखिए इसको हम इसके बाद हम कैंडल मार्च करेंगे, निरंतर हम रोज तक प्रदर्शन करेंगे, पाकिस्तान आश्वासन दें, हमारी बच्चियों को वापस कराएं और हमारे डेलीगेशन को लॉ करे वहाँ से ये जानकारी कि जो बच्चियों को धर्म के नाम पर उनके हालात क्या है, वो जिद्दा भी है, ये उनको मार दिया गया, ये उनको बेच दिया गया। ये बहुत ही बड़े संगीन बातें हैं जिनकी तथ्य सामने आने बहुत जरूरी है। और यहाँ पर आप ये जो बताएं क्या मांग है आप लोगों की? हमारी मांग ये है कि हमारी बच्चियां जो बार बार अगवा की जा रही हैं, हमारी बच्चियों को धर्म के नाम पर अगवा किया जा रहा है। पहले एक एडवांसी की बेटी को अगवा किया गया, जगजीत कौर को 1 साल तक हम लड़ाई लड़े। पाकिस्तान 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 इमरान खान। शर्म की बात है, हम बार बार ये बात उठाते रहे। आज उनका मकसद ये संदेश देना है कि हमारे बच्चियां जो हैं वो इस्लाम को कबूल इसलिए करना चाहते हैं क्योंकि इस्लाम सिख से अच्छा धर्म है, और क्योंकि हमारे हेड ग्रंथी की बच्चियां कबूल कर रही हैं, इसका मतलब सिक्खी धर्म ठीक नहीं है और इस्लाम अच्छा है। ये संदेश देने की जो कोशिश की जा रही है, ये किसी भी सूरत में बर्दाश्त नहीं की जा सकती। इमरान खान का शासन औरंगजेब से खादशान से भी खतरनाक बन चुका है। जबरन बच्चियां उठाई जाती हैं, 55 बच्चियों की हमने लिस्ट दी और पिछले 3 महीनों में उठाई गई, जिनके केस हमने लड़े हैं, लेकिन उनका कोई अंत नहीं निकला। ये एक बहुत ही दुखदायी घटना है जिसके लिए आज हम पाकिस्तान के एम्बेसी पे पहुंचे हैं। हम मेमोरेंडम भी देंगे, हम प्रोटेस्ट भी करेंगे, और प्रोटेस्ट एक दिन का नहीं है, ये कंटिन्यू प्रोटेस्ट चलेंगे जब तक हम अपनी बेटी को वहां से छुड़वा ये बड़ा
55 बच्चे अरे यार छोड़ दो यार टीवी यार सिंगल बेड के हमारे हेड ग्रंथी के बच्चे हमारे हेड ग्रंथी जो उनकी बच्चे वो ये संदेश देने की कोशिश कर रहे हैं कि इस्लाम धर्म ऐसा है, ऐसी सिख धर्म अच्छा नहीं है, इसलिए वो सारे ग्रंथियों के बच्चे और पाकिस्तान को इसी ये चेतावनी देना चाहते हैं, इमरान खान को चेतावनी देना चाहते हैं कि ये जो जुल्म की फेरी जो पाकिस्तान के विच लाई जा रही है इसको कंप्लीट करने से पहले भी डॉक्यूमेंट करता है, वरना इस मौत की क्या केस से निकल गए हमें जड़ा रहेगा। और ये जो हो रहा है कि औरंगजेब होते चला गया इमरान खान इसको किसी राज्य ये प्रोटेस्ट के द्वारा बताना चाहते हैं कि दावत यह है कि हमारी बच्चियां स्कूल में जाके डरती हैं, स्कूल से उठा के ले जाएंगे रस्ते से। और पाकिस्तान सरकार कुछ नहीं करती। तो मैं इमरान खान को कहना चाहता हूँ, इमरान खान नहीं रहेगा, औरंगजेब से भी खतरनाक कट्टरवादी बन चुके हैं जो जबरन हमारी बच्चों का धर्म परिवर्तन कर रहे हैं। इस लड़ाई को हम सड़कों पे लेके आएंगे, इस लड़ाई को आगे लेके जाएंगे। एक दिन का प्रदर्शन नहीं है, हम निरंतर तब तक ये लड़ाई लड़ेंगे जब तक हम अपनी बच्ची को आवाज हुई बच्ची को वापस देंगे। तो ये पहला मामला नहीं, इससे पहले भी कई मामले सामने आए हैं, हमेशा आवाज उठाई है। पाकिस्तान जब यहाँ पर रहने के बारे में बिल्कुल पाकिस्तान को केवल उसका दोहरा चेहरा है, एक चेहरा दिखाने को और एक उसका सच्चाई है। सच्चाई है कि ओपनली वहाँ पे कहते हैं कि हम किसी और को यहाँ रहने नहीं देंगे। हमारे गुरुद्वारा ननकाना साहब के बारे में बहुत बुरा बड़ा बोला उन्होंने, और यहाँ तक गए कि रोज हमारे बच्चों को अगवा करते हैं और ये संदेश देते हैं कि ये बच्चियाँ मर्जी से भाग रही हैं, इस्लाम मर्जी से कबूल कर रही हैं। तो पाकिस्तान का चेहरा दिखाने को कुछ और है जबकि सच्चाई है। पाकिस्तान 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 इमरान खान इमरान खान इमरान खान इमरान खान इमरान खान इमरान खान पाकिस्तान पाकिस्तान मुर्दा पाकिस्तान 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 इमरान खान 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 मैं ਤੁਹਾਨੂੰ ਬੇਨਤੀ ਕਰਦਾ ਹਾਂ ਕਿ ਬਹੁਤ ਹੀ ਅੱਜ ਸਾਡਾ ਇੰਪੋਰਟੈਂਟ ਰੋਸ਼ ਮਹੱਲਾ ਸਾਡੀ ਬੇਟੀ ਜਿਹੜੀ ਬੁਲਬੁਲ ਕੌਰ ਜਿਸ ਨੂੰ ਅਗਵਾ ਕਰ ਲਿਆ ਗਿਆ, मैं पाकिस्तान हाई कमीशन से दरख्वास्त करता हूँ, पाकिस्तान के प्रधानमंत्री से दरख्वास्त करता हूँ, ये बहुत बड़ी जाति है हमारे ऊपर, ये बहुत बड़ा जुल्म है हमारे ऊपर। पाकिस्तान की आवाम को मैं विनती करता हूँ, हमारे हेड ग्रंथियों की बेटियों को अगवा किया जाए और ये संदेश देने की कोशिश की जाए कि हमारा धर्म कमजोर है, इस्लाम बेहतर धर्म है, इसलिए हमारे ग्रंथियों की बेटियां भी इस्लाम कबूल कर रही हैं। ये बड़ा ही शर्मनाक और निंदक है। मैं आज दिल्ली से गुरुद्वारा मैनेजमेंट कमेटी की तरफ से, श्रोमणी अकाली दल की तरफ से, श्रोमणी अकाली दल के प्रधान सरदार हरमीत सिंह कालका, श्रोमणी अकाली दल के स्त्री विंग के प्रधान बीबी रंजीत कौर जी, हमारे ऑफिस बीरर्स सरदार केपी सिंह जी, सरदार रविंद्रपाल सिंह जी केपी, सरदार परमजीत सिंह जी चंडोक और हमारे सभी मेंबर साहिबान आज इस रोष मुजाहरे में, क्योंकि हमारी जो बेटी जगजीत थी उसके लिए भी हमने बहुत लड़ाई लड़ी, उसके भाई ने भी बहुत बेचारे ने लड़ाई लड़ी, उसके पिता ने भी बहुत लड़ाई लड़ी, लेकिन अंत में वो बच्ची राक्षसों के हाथ चले गई। अब बुलबुल के पिता ने भी वीडियो ऑडियो डालकर ये संगत से अपील की कि इन राक्षसों से मेरी बेटी को बचाओ, इन राक्षसों तो मेरी धी नूं बचाओ। मैं सारे सिख भैन भरावां नूं बेनती करदा हां, मेरी धी नूं बचाया जावे, मेरी धी राक्षसां ने चुक ली जा। और मैं
ਸਭ ਨੂੰ ਕਹਿੰਦਾ ਅਰਦਾਸ ਕਰੋ, ਪਾਠ ਕਰੋ ਮੇਰੀ ਧੀ ਵਾਸਤੇ। ਔਰ ਇਹ ਜੋ ਬੇਟੀ ਬੁਲਬੁਲ ਕੌਰ ਹੈ, ਮੈਂ ਸਭ ਨੂੰ ਦੱਸਣਾ ਚਾਹੁੰਦਾ ਹਾਂ, ਬੁਲਬੁਲ ਨੂੰ ਜਿੱਥੇ ਗੁਰਬਾਣੀ ਕੰਠ ਆ ਉੱਥੇ ਖੁਦ ਕੀਰਤਨ ਕਰਨ ਵਾਲੀ ਸਾਡੀ ਭੈਣ, ਔਰ ਉਹਦੇ ਨਾਲ ਬੱਚੀ ਨਾਲ ਏਦਾਂ ਜਾਤੀ ਹੋਈ। ਰਾਤ ਨੂੰ 2 ਮੁਸਲਮਾਨ ਬੱਚਿਆਂ ਨੇ ਉਹਨੂੰ ਅਗਵਾ ਕੀਤਾ। ਅਗਲੇ ਦਿਨ 12 ਦਿਨ ਤੱਕ ਉਸਦਾ ਕੋਈ ਪਤਾ ਨਹੀਂ ਲੱਗਾ। 13ਵੇਂ ਦਿਨ ਮਦਰਸੇ ਤੋਂ ਉਹਦੀ ਕੁੜੀ ਚੋਰੀ ਫੋਨ ਕਰਦੀ ਹੈ ਕਿਸੇ ਦਾ ਨੰਬਰ ਲੈ ਕੇ, ਔਰ ਆਪਣੇ ਪਿਤਾ ਨੂੰ ਦੱਸਦੀ ਆ ਕਿ ਮੈਨੂੰ ਮਦਰਸੇ 'ਚ ਕੈਦ ਕੀਤਾ ਹੋਇਆ ਔਰ ਮੈਨੂੰ ਕਿਹਾ ਜਾ ਰਿਹਾ ਹੈ ਕਿ ਹੁਣ ਤੂੰ ਮਰੇਗੀ, ਜਾਂ ਤਾਂ ਤੈਨੂੰ ਮਰਨਾ ਕਬੂਲ ਕਰ, ਨਹੀਂ ਤੇ ਆਪਣਾ ਧਰਮ ਛੱਡ ਔਰ ਸਾਡੇ ਨਾਲ ਨਿਕਾਹ ਕਰ। ਉਹਦੀ ਬੇਟੀ ਨੂੰ ਦੱਸਿਆ ਕਿ ਮੈਨੂੰ ਮਾਰਨ ਦੀ ਧਮਕੀ ਦੇ ਰਹੇ ਨੇ ਔਰ ਮੈਨੂੰ ਇਹ ਵੀ ਕਹਿ ਰਹੇ ਨੇ ਕਿ ਹੁਣ ਜੇ ਤੂੰ ਇਹ ਕਿਹਾ ਕਿ ਮੈਂ ਇਸਲਾਮ ਛੱਡ ਕੇ ਆਪਣਾ ਧਰਮ ਕਬੂਲ ਕਰ ਰਹੀ ਹਾਂ ਤੇ ਈਸ਼ ਨਿੰਦਾ ਦੇ ਤਹਿਤ ਤੈਨੂੰ ਸਜ਼ਾਏ ਮੌਤ ਹੋਊਗੀ। ਮਤਲਬ ਬੜੇ ਹੀ ਸ਼ਰਮ ਦੀ ਗੱਲ ਆ। ਸਾਡਾ ਹਿਰਦਾ ਜਿੱਥੇ ਅੱਜ ਰੋ ਕੇ ਗੱਲ ਕਹਿ ਰਿਹਾ ਕਿ ਔਰੰਗਜ਼ੇਬ ਦਾ ਜਦੋਂ ਰਾਜ ਸੀ ਉਸ ਵੇਲੇ ਵੀ ਕੰਮ ਹੋ ਰਹੇ ਸੀ, ਪਰ ਉਸ ਵੇਲੇ ਹਿੰਦੂ ਧਰਮ ਦੀ ਰੱਖਿਆ ਵਾਸਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇਸ ਤਰੀਕੇ ਮਾਨਵਤਾ ਦੀ ਇੰਨੀ ਵੱਡੀ ਸ਼ਹਾਦਤ ਦੇ ਕੇ ਲੋਕਾਂ ਦਾ ਧਰਮ ਬਚਾਉਣ ਦਾ ਕੰਮ ਕੀਤਾ। ਅੱਜ ਵੀ ਪਾਕਿਸਤਾਨ ਦੀ ਸਰਕਾਰ ਔਰੰਗਜ਼ੇਬ ਦਾ ਰੂਪ ਧਾਰ ਚੁੱਕੀ ਹੈ। ਉਸ ਰੂਪ ਦੇ ਅੰਦਰ ਆ ਕੇ ਸਾਡੀਆਂ ਧੀਆਂ ਭੈਣਾਂ ਦੇ ਜਬਰਨ ਧਰਮ ਬਦਲੇ ਜਾ ਰਹੇ ਨੇ। ਸਾਡੀਆਂ ਧੀਆਂ ਭੈਣਾਂ ਨੂੰ ਸਕੂਲ ਜਾਣਾ ਵੀ ਉਹਨਾਂ ਲਈ ਨਾਮੁਮਕਿਨ ਹੈ। ਮੈਂ ਇਹ ਵੀ ਦੱਸਣਾ ਚਾਹੁੰਦਾ, ਹੁਣ ਤੱਕ 500 ਤੋਂ ਜ਼ਿਆਦਾ ਪਰਿਵਾਰ ਪਾਕਿਸਤਾਨ ਤੋਂ ਅਸੀਂ ਕੱਢ ਕੇ ਦਿੱਲੀ ਸੇ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਿੱਲੀ 'ਚ ਲੈ ਕੇ ਆਈ ਹੈ। ਉਹਨਾਂ ਪਰਿਵਾਰਾਂ ਨੂੰ ਵੀਜ਼ੇ ਦੇ ਕੇ ਉਹਨਾਂ ਪਰਿਵਾਰਾਂ ਨੂੰ ਇੱਥੇ ਰੱਖਿਆ ਹੈ। ਇਸੇ ਤਰੀਕੇ ਅਫਗਾਨਿਸਤਾਨ ਤੋਂ ਸਾਡੇ ਸਿੱਖਾਂ ਨੂੰ ਭਜਾਇਆ ਗਿਆ। ਲੇਕਿਨ ਮੈਨੂੰ ਅਫਸੋਸ ਇਸ ਗੱਲ ਦਾ ਹੈ, ਅਫਗਾਨਿਸਤਾਨ ਦੀ ਸਰਕਾਰ ਨੇ ਸਾਡੇ ਲਈ ਹਾਲਾ ਨਾਰਾ ਮਾਰਿਆ। ਅਫਗਾਨਿਸਤਾਨ ਦੀ ਸਰਕਾਰ ਨੇ ਹਰ ਕੋਸ਼ਿਸ਼ ਕੀਤੀ ਕਿ ਸਿੱਖ ਨੂੰ ਬਚਾਇਆ ਜਾਵੇ। ਉਹ ਵਿਚਾਰਿਆਂ ਦੇ ਵੱਸ ਨਹੀਂ ਚੱਲੀ, ਪਰ ਉਹਨਾਂ ਨੇ ਪੂਰਾ ਜ਼ੋਰ ਲਾ ਕੇ ਸਿੱਖੀ ਦੇ ਉੱਤੇ, ਔਰ ਇੱਥੋਂ ਤੱਕ ਕਿ ਸਾਡੇ ਸਿੱਖ ਐਮਪੀ ਨੂੰ ਬਣਾ ਕੇ ਵੀ ਅਫਗਾਨਿਸਤਾਨ ਦੀ ਸਰਕਾਰ ਨੇ ਹਰ ਹੀਲਾ ਵਸੀਲਾ ਕੀਤਾ ਕਿ ਸਿੱਖਾਂ ਨੂੰ ਸਾਡੇ ਪਰਿਵਾਰ ਨੇ ਬਚਾਉਣਾ ਚਾਹੀਦਾ ਹੈ। ਜਦੋਂ ਕਿ ਵਿਪਰੀਤ ਅੰਦਰ ਪਾਕਿਸਤਾਨ ਹਰ ਤਰੀਕੇ ਸਿੱਖਾਂ ਨੂੰ ਮਾਰਨ ਔਰ ਸਿੱਖਾਂ ਨੂੰ ਭਜਾਉਣ ਤੇ ਲੱਗਾ। ਹੁਣ ਤੱਕ ਪਾਕਿਸਤਾਨ ਚੋਂ 90% ਸਿੱਖ ਜਿਹੜੇ ਨੇ ਪਾਕਿਸਤਾਨ ਛੱਡ ਚੁੱਕੇ ਨੇ। 90% ਸਿੱਖ, 90 ਵੀ ਨਹੀਂ, 95% ਸਿੱਖ। ਕੇਵਲ 5% ਨਾਮਾਤਰ ਸਿੱਖ ਉੱਥੇ ਰਹਿ ਗਏ ਨੇ, ਪਰ ਹੁਣ ਉਹਨਾਂ ਨਾਲ ਇੰਨੀ ਤਸ਼ੱਦਦਾਂ ਜਾਤੀਆਂ ਕੀਤੀਆਂ ਜਾਂਦੀਆਂ। ਜਦੋਂ ਪਰਿਵਾਰ ਸਾਨੂੰ ਸੰਪਰਕ ਕਰਦੇ ਨੇ, ਉਹ ਰੋਂਦੇ ਨੇ, ਦਵਾਈਆਂ ਦਿੰਦੇ ਨੇ ਕਿ ਅਸੀਂ ਇੱਥੇ ਬੋਲ ਨਹੀਂ ਸਕਦੇ। ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ, ਉੱਥੋਂ ਦੇ ਸਾਬਕਾ ਪ੍ਰਧਾਨ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ, ਜਦੋਂ ਉਹਨਾਂ ਨੇ ਸਿੱਖੀ ਦੀ ਹੱਕ 'ਚ ਹਾਰਾ ਨਾਰਾ ਮਾਰਿਆ, ਉਹਨਾਂ ਦੇ ਉੱਤੇ ਦੇਸ਼ ਦੋਹੀ ਦੇ ਮੁਕੱਦਮੇ ਦਰਜ ਕੀਤੇ ਗਏ। ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ, ਉਹਨਾਂ ਨੇ ਟੀਵੀ 'ਚ ਆ ਕੇ ਗੱਲ ਕਹੀ ਕਿ ਸਾਡੀਆਂ 13 ਸਾਲ ਦੀਆਂ ਬੱਚੀਆਂ ਸਕੂਲ ਜਦੋਂ ਜਾਂਦੀਆਂ ਨੇ ਤੇ ਸਾਨੂੰ ਇਹ ਵੀ ਖਤਰਾ ਹੁੰਦਾ ਕਿ ਸਕੂਲ ਤੋਂ ਵਾਪਸ ਆਏਗੀ ਜਾਂ ਅਗਵਾ ਕਰਕੇ ਦਾ ਨਿਕਾਹ ਪੜ ਦਿੱਤਾ ਜਾਏਗਾ। ਇਸ ਤਰ੍ਹਾਂ ਮਾੜੇ ਹਾਲਾਤ ਨੇ ਪਾਕਿਸਤਾਨ ਦੇ, ਜਿਹਦੇ ਚੱਲਦੇ ਉਹਨਾਂ ਤੇ ਮੁਕੱਦਮਾ ਦਰਜ ਕਰ ਦਿੱਤਾ ਗਿਆ। ਮੈਂ ਆਪਣੇ ਸਾਰੇ ਸਿੱਖ ਭਰਾਵਾਂ ਨੂੰ, ਸਿੱਖ ਭੈਣਾਂ ਨੂੰ, ਸਿੱਖ ਜਥੇਬੰਦੀਆਂ ਨੂੰ ਹੱਥ ਬਣ ਕੇ ਅਪੀਲ ਕਰਦਾ, ਉਸ ਪਿਓ ਦੀ, ਉਸ ਬਾਪ ਦੀ, ਲਾਚਾਰ ਬਾਪ ਦੀ ਆਵਾਜ਼ ਨੂੰ ਸੁਣੋ, ਉਹਦੇ ਦਰਦ ਨੂੰ ਮਹਿਸੂਸ ਕਰੋ। ਉਹ ਧੀ ਸਾਡੀ ਆਪਣੀ ਆ, ਉਸ ਧੀ ਦੇ ਨਾਲ ਜੋ ਹੋ ਰਿਹਾ ਹੈ ਸਾਨੂੰ ਉਹਦੀ ਚਿੰਤਾ ਕਰਨ ਦੀ ਲੋੜ ਹੈ। ਐਸੀ ਜਿਹੜੀ ਰਾਖਸ਼ ਰੂਪ ਧਾਰਨ ਕਰ ਚੁੱਕੀ ਉਤਲੀ ਸਰਕਾਰ, ਐਸੇ ਜਲਾਦ ਬਣ ਚੁੱਕੇ ਨੇ, ਧੀਆਂ ਦੇ ਨਾਲ ਐਸੇ ਕੰਮ ਕੀਤੇ ਜਾ ਰਹੇ ਨੇ। ਉਹਨਾਂ ਦਾ ਜਬਰਨ ਧਰਮ ਦੇਖੋ ਤੁਸੀਂ, ਕਿੰਨੀ ਵੱਡੀ ਗੱਲ ਹੋ ਸਕਦੀ ਆ। ਇੱਕ 17 ਸਾਲ ਦੀ ਨਾਬਾਲਿਗ ਬੱਚੀ ਨੂੰ ਚੁੱਕ ਕੇ ਲੈ ਜਾਓ, ਉਸ ਕੁੜੀ ਤੇ ਕੀ ਬੀਤੀ ਹੋਊਗੀ, ਉਹਦੇ ਪਰਿਵਾਰ ਤੇ ਕੀ ਬੀਤੀ ਹੋਊਗੀ, ਸਾਨੂੰ ਇਸ ਦਰਦ ਨੂੰ ਮਹਿਸੂਸ ਕਰਨ ਦੀ ਲੋੜ ਆ। ਮੈਂ ਪਹਿਲਾਂ ਵੀ ਬਾਰ-ਬਾਰ ਤੁਹਾਨੂੰ ਆਵਾਜ਼ ਕਰਦਾ ਰਿਹਾ, ਮੈਂ ਕਹਿੰਦਾ ਰਿਹਾ ਜੇ ਆਪਾਂ ਨਾ ਬੋਲੇ ਇਹ ਕੰਮ ਵਧੇਗਾ। ਮੈਂ ਫੇਰ ਕਹਿ ਰਿਹਾ ਨਾ, ਇਹ ਜਿਹੜਾ ਲੋਕਾਂ ਨੇ ਇੱਕ ਆਦਤ ਬਣਾ ਲਈ ਚੁੱਪ ਰਹਿਣ ਦੀ। ਜਦੋਂ ਵੀ ਪਾਕਿਸਤਾਨ ਦਾ ਵਿਸ਼ਾ ਆਉਂਦਾ ਹੈ ਸਿਲੈਕਟਿਵ ਲੋਕ ਬੋਲਦੇ ਨੇ, ਬਾਕੀ ਚੁੱਪ ਕਰ ਜਾਂਦੇ ਨੇ। ਅਸੀਂ ਕੋਈ ਪਾਕਿਸਤਾਨ ਦੇ ਖਿਲਾਫ ਨਹੀਂ, ਅਸੀਂ ਇਸਲਾਮ ਦੇ ਖਿਲਾਫ ਨਹੀਂ, ਅਸੀਂ ਕੇਵਲ ਔਰ ਕੇਵਲ ਉਸ ਚੀਜ਼ ਦੇ ਖਿਲਾਫ ਆ ਜਿਹੜੇ ਜਬਰਨ ਸਾਡਾ ਧੀਆਂ ਦੇ ਧਰਮ ਬਦਲਾ ਰਹੇ ਨੇ, ਸਾਡੀ ਧੀਆਂ ਨੂੰ ਅਗਵਾ ਕਰਕੇ ਲੈ ਜਾ ਰਹੇ ਨੇ। ਮੈਂ ਆਪ ਜੀ ਦੇ ਅੱਗੇ ਹੱਥ ਬੰਨ੍ਹਦਾ, ਮੈਂ ਪਾਕਿਸਤਾਨ ਦੇ ਬਾਹਰ ਰਹਿ ਰਹੇ ਦੁਨੀਆ ਭਰ ਦੇ ਸਿੱਖਾਂ ਨੂੰ ਅਪੀਲ ਕਰਦਾ, ਭਾਵੇਂ ਅਮਰੀਕਾ ਦੇ, ਭਾਵੇਂ ਕੈਨੇਡਾ ਦੇ, ਭਾਵੇਂ ਆਸਟ੍ਰੇਲੀਆ ਸਾਡੀ ਦੁਨੀਆ ਦੇ ਜਥੇਬੰਦੀਆਂ ਨੇ, ਆਓ ਆਪਾਂ ਮਿਲ ਕੇ ਇਸ ਲੜਾਈ ਨੂੰ ਲੜੀਏ, ਆਪਣੇ ਪਰਿਵਾਰਾਂ ਨੂੰ ਸੁਰੱਖਿਅਤ ਮਹਿਸੂਸ ਕਰਾਈਏ। ਕਿਉਂਕਿ ਜਦੋਂ ਤੁਸੀਂ ਹਾਰਾ ਨਾਰਾ ਮਾਰੋਗੇ ਪਾਕਿਸਤਾਨ ਦੀ ਸਰਕਾਰ ਦੀ ਮਜਬੂਰੀ ਹੋ ਜਾਊਗੀ ਉਹਨਾਂ ਪਰਿਵਾਰਾਂ ਦੀ ਸੁਰੱਖਿਆ ਕਰਨਾ। ਮੈਂ ਇਸ ਕਰਕੇ ਅਸੀਂ ਪਾਕਿਸਤਾਨ ਐਮਬੈਸੀ ਦੇ ਹੁਣ ਜਾਵਾਂਗੇ। ਇਹ ਧਰਨਾ ਪ੍ਰਦਰਸ਼ਨ ਕੋਈ ਇੱਕ ਦਿਨ ਦਾ ਨਹੀਂ, ਰੋਸ ਮੁਜ਼ਾਹਰਾ। ਇਸ ਤੋਂ ਬਾਅਦ ਇਸਤਰੀ ਸਾਡਾ ਅਕਾਲੀ ਦਲ ਬੀਬੀ ਰਣਜੀਤ ਕੌਰ ਜੀ ਦੀ ਅਗਵਾਈ ਦੇ ਅੰਦਰ ਇੱਕ ਪ੍ਰਦਰਸ਼ਨ ਕਰੂਗਾ। ਉਸ ਤੋਂ ਬਾਅਦ ਇਸੇ ਤਰੀਕੇ ਇੰਡੀਆ ਗੇਟ ਦੇ ਉੱਤੇ ਇੱਕ ਦਿਨ ਲਾਈਟ ਮਾਰਚ ਕੀਤੀ ਜਾਏਗੀ, ਪੈਦਲ ਮਾਰਚ, ਔਰ ਨਿਰੰਤਰ ਅਸੀਂ ਇਸ ਲੜਾਈ ਨੂੰ ਲੜਦੇ ਰਵਾਂਗੇ। ਯੂਐਨਓ ਦੇ ਬਾਹਰ ਵੀ ਜਾਵਾਂਗੇ। ਅਸੀਂ ਆਪਣੀ ਭੈਣ ਦੇ ਪਿੱਛੇ, ਕਿਉਂਕਿ ਭੈਣ ਅਸੀਂ ਤੈਨੂੰ ਆਸ਼ਵਾਸਨ ਦਿਵਾਉਂਦੇ ਆ, ਅਸੀਂ ਜਗਜੀਤ ਕੌਰ ਦੀ ਲੜਾਈ ਵੀ ਬਹੁਤ ਲੜੀ, ਠੀਕ ਆ, ਅਸੀਂ ਉਸ ਲੜਾਈ 'ਚ ਨਾਕਾਮ ਹੋਏ ਆ। ਅਸੀਂ ਮਾਫੀ ਮੰਗਦੇ ਹਾਂ ਆਪਣੀ ਉਸ ਧੀ ਤੋਂ ਵੀ, ਅਸੀਂ ਜਗਜੀਤ ਕੌਰ ਤੋਂ ਵੀ ਮਾਫੀ ਮੰਗਦੇ ਹਾਂ। ਅਸੀਂ ਮੁਲਕ ਤੋਂ ਦੂਰ ਰਹਿੰਦੇ ਹਾਂ, ਅਸੀਂ ਬਹੁਤ ਲੜਾਈ ਤੇਰੇ ਬੇਟਾ ਲੜੀ, ਪਰ ਅਸੀਂ ਨਾਕਾਮ ਰਹੇ।
ਅਸੀਂ ਬੁਲਬੁਲ ਨੂੰ ਵੀ ਕਹਿੰਦੇ ਬੇਟਾ ਅਸੀਂ ਲੜਾਈ ਜ਼ਰੂਰ ਲੜਾਂਗੇ, ਤੇਰੇ ਭਰਾ ਤੇਰੇ ਚਾਚੇ ਤਾਈ ਤੇ ਲੜਾਈ ਲੜਨਗੇ, ਅਸੀਂ ਜੋ ਕਰ ਸਕਾਂਗੇ ਕਰਾਂਗੇ। ਮੈਂ ਸਭ ਨੂੰ ਬੇਨਤੀ ਕਰਦਾ, ਆਓ ਆਪ ਆਪਣੀ ਧੀ ਸਮਝ ਕੇ ਬੁਲਬੁਲ ਵਾਸਤੇ ਸੜਕ ਤੇ ਉਤਰੀਏ, ਨਾਰੇ ਲਾਈਏ, ਆਪਣੇ ਗੁਰੂ ਘਰ ਦੇ ਬਾਹਰ, ਆਪਣੇ ਆਪਣੇ ਜ਼ਿਲ੍ਹੇ ਦੇ ਅੰਦਰ ਡੀਸੀ ਨੂੰ ਮੈਮੋਰੈਂਡਮ ਦੇਈਏ। ਆਪਾਂ ਲੋਕਾਂ ਨੇ ਦੱਸੀਏ ਕਿ ਸਾਡੀ ਇਕਜੁੱਟਤਾ ਹੈ, ਸਿੱਖ ਦੀ ਧੀ ਕਿਸੇ ਇੱਕ ਦੀ ਨਹੀਂ, ਸਾਰੀ ਕੌਮ ਦੀ ਧੀ ਆ। ਅੱਜ ਉਹ ਬੁਲਬੁਲ ਖਾਲੀ ਉਸ ਗ੍ਰੰਥੀ ਦੀ ਧੀ ਨਹੀਂ, ਬਲਕਿ ਮੇਰੀ ਤੁਹਾਡੀ ਸਾਰਿਆਂ ਦੀ ਧੀ ਆ। ਔਰ ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਕੌਮ ਦੀ ਧੀ ਸਮਝ ਕੇ ਉਹਦੀ ਲੜਾਈ ਲੜੀਏ। ਜੇਕਰ ਅਸੀਂ ਆਪਣੀ ਲੜਾਈ ਨੂੰ ਇਸੇ ਤਰ੍ਹਾਂ ਲੜਾਂਗੇ, ਆਉਣ ਵਾਲੇ ਦਿਨਾਂ ਦੇ ਅੰਦਰ ਨਾ ਜਾਣੇ ਕਿੰਨੇ ਹਜ਼ਾਰਾਂ ਧੀਆਂ ਨੂੰ ਅਸੀਂ ਬਚਾਉਣ ਚ ਨਾਕਾਮ ਰਵਾਂਗੇ, ਕਾਮਯਾਬ ਹੋਵਾਂਗੇ। ਔਰ ਜੇ ਅੱਜ ਅਸੀਂ ਲੜਾਈ ਨੂੰ ਚੁੱਪ ਕਰਕੇ ਤੇ ਖਾਲਸਾ ਜੀ ਯਾਦ ਰੱਖਿਓ ਜੀ, ਇਹ ਨਾਕਾਮੀ ਸਾਡੀ ਹਜ਼ਾਰਾਂ ਧੀਆਂ ਦੇ ਧਰਮ ਨੂੰ ਬਦਲਾਏਗੀ ਔਰ ਉਹਦੇ ਜ਼ਿੰਮੇਵਾਰ ਅਸੀਂ ਔਰ ਤੁਸੀਂ ਅਖਵਾਏ ਜਾਵਾਂਗੇ। ਇਸ ਕਰਕੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਹਰ ਧਰਮ ਤੇ ਹੋ ਰਹੇ ਹਮਲੇ ਦੇ ਖਿਲਾਫ ਲੜਾਈ ਲੜੀ ਹੈ, ਆਵਾਜ਼ ਨੂੰ ਬੁਲੰਦ ਕੀਤਾ ਹੈ। ਅਸੀਂ ਹਮੇਸ਼ਾ ਯਕੀਨੀ ਬਣਾਇਆ ਹੈ ਕਿ ਕਿਸੇ ਸੂਰਤ ਅੰਦਰ ਵੀ ਕੌਮ ਤੇ ਜਿੱਥੇ ਵੀ ਕੋਈ ਪੀੜ ਪਵੇ, ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਅੱਗੇ ਲੱਗ ਕੇ ਲੜਾਈ ਲੜਦੀ ਆ। ਮੈਨੂੰ ਉਮੀਦ ਆ ਪਾਕਿਸਤਾਨ ਦੇ ਸਿੱਖ ਵੀ ਜੋ ਵਿਚਾਰੇ ਮਜਬੂਰ ਨੇ, ਉਹਨਾਂ ਦੀ ਮਜਬੂਰੀ ਨੂੰ ਅਸੀਂ ਸਮਝ ਸਕਦੇ ਹਾਂ, ਪਰ ਦੁਨੀਆ ਭਰ ਦੇ ਸਿੱਖ ਉਹਨਾਂ ਦਾ ਸਾਥ ਦੇਣ ਔਰ ਪਾਕਿਸਤਾਨ ਦੇ ਸਿੱਖਾਂ ਨੂੰ ਅਸੀਂ ਵਿਸ਼ਵਾਸ ਦਿਵਾਉਂਦੇ ਹਾਂ, ਅਸੀਂ ਤੁਹਾਡੇ ਆਪਣੇ ਇਸ ਲੜਾਈ ਨੂੰ ਤੁਹਾਡੇ ਨਾਲ ਲੜਦੇ ਰਹਾਂਗੇ। ਹੁਣ ਅਸੀਂ ਪਾਕਿਸਤਾਨ ਐਮਬੈਸੀ ਦੇ ਵੱਲੋਂ ਕੂਚ ਕਰਾਂਗੇ ਔਰ ਪਾਕਿਸਤਾਨ ਦੇ ਹਾਈ ਕਮਿਸ਼ਨ ਤੱਕ ਅਸੀਂ ਜਾਵਾਂਗੇ, ਉਹਨਾਂ ਨੂੰ ਮੈਮੋਰੈਂਡਮ ਵੀ ਦੇਵਾਂਗੇ ਔਰ ਉਹਨੂੰ ਫਿਰ ਬੇਨਤੀ ਕਰਾਂਗੇ ਕਿ ਅਸੀਂ ਤੁਹਾਨੂੰ ਫਿਰ ਮੌਕਾ ਦੇ ਰਹੇ ਹਾਂ, ਸਾਡੀ ਧੀ ਸਾਨੂੰ ਵਾਪਸ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। एक मिनट पीछे यार, सब पीछे हो यार, पूरा पाकिस्तान नहीं आ रहा। लंबा ले लो यार, लंबा। एक बार रुक के Pakistan!
ਕਰਨਾ ਫਿਰ ਗੁਰਪਿਆਰੇ ਅੰਤ ਤਾਂ ਇੱਕੋ ਹੀ ਗੱਲ ਕਹਿਣਾ ਚਾਹਾਂਗੇ, ਪੰਜਾਬੀ ਦੁਨੀਆ ਦੇ ਜਿਸ ਵੀ ਕੋਨੇ ਵਿੱਚ ਕਿਉਂ ਨਾ ਵਸਦੇ ਹੋਣ, ਹਰ ਥਾਂ ਦੇ ਉੱਤੇ ਪੰਜਾਬੀਆਂ ਨੇ ਸਿੱਖ ਕੌਮ ਦਾ ਨਾਮ ਰੌਸ਼ਨ ਕੀਤਾ ਹੈ। ਪਰ ਕੁਝ ਮੁਲਕ ਅਜਿਹੇ ਵੀ ਹੈ ਨੇ ਜਿੱਥੇ ਹਮੇਸ਼ਾ ਕਿਸੇ ਨਾ ਕਿਸੇ ਤਰੀਕੇ ਪੰਜਾਬੀਆਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ, ਉਹਨਾਂ ਨੂੰ ਘੱਟ ਗਿਣਤੀ ਸਮਝ ਕੇ ਦਬਾਇਆ ਜਾਂਦਾ ਹੈ। ਪਰ ਘੱਟ ਗਿਣਤੀ ਸਮਝ ਕੇ ਦਬਾਉਣ ਵਾਲੇ ਇਹ ਕਦੇ ਨਾ ਭੁੱਲਣ ਕਿ ਸਿੱਖ ਕੌਮ ਉਹ ਕੌਮ ਹੈ ਜਿਸ ਨੇ 2% ਹੁੰਦਿਆਂ ਵੀ 200% ਕੁਰਬਾਨੀਆਂ ਦੇਣ ਦਾ ਮਾਦਾ ਰੱਖਿਆ। ਭਾਰਤ ਦੀ ਆਜ਼ਾਦੀ ਵਿੱਚ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਤੇ ਜੇਕਰ ਸਿੱਖ ਕੌਮ ਦੀ ਹੋਂਦ ਬਚਾਉਣ ਦੀ ਗੱਲ ਆਈ ਤਾਂ ਇਹ ਕੌਮ ਇਕਜੁੱਟ ਇਕਮੁੱਠ ਜਿਸ ਦਿਨ ਹੋ ਗਈ, ਉਸ ਦਿਨ ਸਾਰੀ ਦੁਨੀਆ ਵਿੱਚ ਖਾਲਸੇ ਦੇ ਝੰਡੇ ਹੀ ਝੂਲਦੇ ਨਜ਼ਰ ਆਉਣਗੇ। ਤੁਸੀਂ ਸਭ ਇਸ ਮਸਲੇ ਤੇ ਕੀ ਸੋਚਦੇ ਹੋ? ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ। ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।